हाँ जी बेटा, जो टॉपिक अज आप डिस्कस करना वो हैगा सैकेंडरी इंडस्ट्री। प्राइमरी बारे आप ऑलरेडी पढ़ चुके हैं। दीज इंडस्ट्रीज process the material which have already been produced at primary stage। ਇਹ ਉਹ ਇੰਡਸਟਰੀ ਆ ਜਿਹਦੇ ਵਿੱਚ ਉਹ ਮਟੀਰੀਅਲ ਯੂਜ਼ ਕੀਤਾ ਜਾਂਦਾ ਜਿਹੜਾ ਕਿ ਆਲਰੇਡੀ ਪਹਿਲਾਂ ਪ੍ਰਾਇਮਰੀ ਇੰਡਸਟਰੀ 'ਚ ਬਣ ਚੁੱਕਿਆ। The activities related to construction and manufacturing are covered under these industries। ਇਹਦੇ ਵਿੱਚ ਕੰਸਟਰਕਸ਼ਨ ਦਾ ਕੰਮ ਜਾਂ ਮੈਨੂਫੈਕਚਰਿੰਗ ਦੇ ਨਾਲ ਸੰਬੰਧਿਤ ਜੋ ਇੰਡਸਟਰੀਜ਼ ਨੇ ਉਹ ਆਉਂਦੀਆਂ ਨੇ। ਫਸਟ ਆਫ ਆਲ ਆਪਾਂ ਇਹਦੀ ਜਿਹੜੀ ਕੰਸਟਰਕਸ਼ਨ ਇੰਡਸਟਰੀ ਆ ਉਹ ਪੜ੍ਹਾਂਗੇ। These industries are engaged in the construction of roads, buildings, bridges, dams, canals, railway lines, etc। ਇਹਦੇ ਵਿੱਚ ਸੜਕਾਂ ਵਗੈਰਾ, ਬਿਲਡਿੰਗਸ ਜਾਂ ਪੁਲ ਜਾਂ ਡੈਮਸ ਵਗੈਰਾ ਜਾਂ ਨਹਿਰਾਂ ਨੂੰ ਬਣਾਇਆ ਜਾਂਦਾ ਜਾਂ ਰੇਲਵੇ ਦੀਆਂ ਲਾਈਨਾਂ ਨੂੰ। These industries use the products such as iron, ਸੀਮੈਂਟ, ਸਟੀਲ, ਬ੍ਰਿਕਸ, ਵੁੱਡ। ਇਹਦੇ ਵਿੱਚ ਇਹ ਚੀਜ਼ਾਂ ਮਤਲਬ ਲੋਹਾ ਜਾਂ ਸੀਮੈਂਟ ਜਾਂ ਸਟੀਲ ਨੂੰ ਯੂਜ਼ ਕਰਕੇ, ਇੱਟਾਂ ਜਾਂ ਲੱਕੜ ਨੂੰ ਇਹ ਪ੍ਰੋਡਕਟ ਯੂਜ਼ ਕਰਕੇ ਇਹਨਾਂ ਨੂੰ ਬਣਾਇਆ ਜਾਂਦਾ ਅੱਗੇ ਬ੍ਰਿਜਸ ਵਗੈਰਾ ਨੂੰ। ਮੇਨਲੀ ਪ੍ਰੋਡਿਊਸਡ ਬਾਏ ਦਾ ਅਦਰ ਇੰਡਸਟਰੀਜ਼। ਹੁਣ ਦੇਖੋ ਇਹ 'ਚ ਜੋ ਵੀ ਸਮਾਨ ਆਪਾਂ ਯੂਜ਼ ਕੀਤਾ ਜਿਵੇਂ ਲੋਹਾ ਵਗੈਰਾ ਜਾਂ ਸੀਮੈਂਟ ਉਹ ਅਸੀਂ ਨਹੀਂ ਬਣਾਇਆ, ਉਹ ਪਹਿਲਾਂ ਬਣਿਆ ਬਣਾਇਆ ਅਸੀਂ ਯੂਜ਼ ਕੀਤਾ। ਠੀਕ ਆ। The main purpose of these industries is to create infrastructure for smooth development of the economy। ਪੂਰੇ ਦੇਸ਼ ਦੀ ਇਕੋਨਮੀ ਨੂੰ ਅੱਗੇ ਲੈ ਕੇ ਜਾਣ ਲਈ ਮਤਲਬ ਅਰਥ ਵਿਵਸਥਾ ਨੂੰ ਅੱਗੇ ਲੈ ਕੇ ਜਾਣ ਦੇ ਲਈ ਇੱਕ ਇਨਫਰਾਸਟਰਕਚਰ ਬਣਾਉਣ ਦੇ ਵਿੱਚ ਇਹ ਹੈਲਪ ਕਰਦੀ ਹੈ ਕੰਸਟਰਕਸ਼ਨ ਇੰਡਸਟਰੀ। ਠੀਕ ਆ। Engineers, architects and building contractors play an important part in the construction industry। ਇੰਜੀਨੀਅਰ ਲੋਕ ਆਰਕੀਟੈਕਚਰ ਜਾਂ ਬਿਲਡਿੰਗ ਬਣਾਉਣ ਵਾਲੇ ਇਹਦੇ ਵਿੱਚ ਬਹੁਤ ਇੰਪੋਰਟੈਂਟ ਜਿਹੜਾ ਰੋਲ ਪਲੇ ਕਰਦੇ ਆ। The main distinct feature of these industries is that their products are not meant for sale in the market। ਮੇਨ ਇਹਦੀ ਸਭ ਤੋਂ ਡਿਫਰੈਂਟ ਚੀਜ਼ ਇਹ ਆ ਵੀ ਜਿਹੜਾ ਪ੍ਰੋਡਕਟ ਇਹਦੇ ਵਿੱਚ ਬਣਿਆ ਉਹ ਮਾਰਕੀਟ 'ਚ ਸੈੱਲ ਨਹੀਂ ਹੁੰਦਾ। ਜਿਵੇਂ ਰੋਡ ਜਾਂ ਬਿਲਡਿੰਗ ਜਾਂ ਬ੍ਰਿਜਸ ਇਹ ਅੱਗੇ ਵੇਚੇ ਨਹੀਂ ਜਾ ਸਕਦੇ। ਠੀਕ ਆ। ਨੈਕਸਟ ਇਹਦੇ ਵਿੱਚ ਹੈਗਾ ਜੀ ਮੈਨੂਫੈਕਚਰਿੰਗ। Manufacturing industry is that industry which convert the raw material into semi-finished or finished goods, so it creates form utility in goods। ਹੁਣ ਇਹਦੇ ਵਿੱਚ ਸਮਝ ਲਓ ਮੈਨੂਫੈਕਚਰਿੰਗ ਉਹ ਇੰਡਸਟਰੀ ਹੁੰਦੀ ਆ ਜਿਹਦੇ ਵਿੱਚ ਜਿਹੜਾ ਰॉ ਮਟੀਰੀਅਲ ਆ ਉਹਨੂੰ ਕਨਵਰਟ ਕੀਤਾ ਜਾਂਦਾ ਰॉ ਮਟੀਰੀਅਲ ਨੂੰ ਸੈਮੀ ਫਿਨਿਸ਼ਡ ਦੇ ਵਿੱਚ ਦੈਨ ਫਿਨਿਸ਼ਡ ਗੁੱਡਸ ਦੇ ਵਿੱਚ। ਸੋ ਇਟ ਕ੍ਰੀਏਟ ਫੋਮ ਮਤਲਬ ਇੱਕ ਗੁੱਡਸ ਦੀ ਫੋਮ ਬਣਦੀ ਹੈ ਇਹਦੇ ਵਿੱਚ। ਠੀਕ ਆ। ਜਨਰਲੀ ਦ ਗੁੱਡਸ ਐਕਸਟ੍ਰੈਕਟਡ ਫਰੋਮ ਵਾਟਰ, ਸੋਇਲ, ਏਅਰ ਔਰ ਕਲਾਈਮੇਟ ਆਰ ਯੂਜ਼ਡ ਐਜ਼ ਅ ਰॉ ਮਟੀਰੀਅਲ ਬਾਏ ਮੈਨੂਫੈਕਚਰਿੰਗ ਇੰਡਸਟਰੀ। ਤਾਂ ਇਹਦੇ ਵਿੱਚ ਜਿਹੜੀਆਂ ਹਵਾ ਤੋਂ, ਪਾਣੀ ਜਾਂ ਮਿੱਟੀ ਤੋਂ ਜੋ ਵੀ ਚੀਜ਼ਾਂ ਲਈਆਂ ਜਾਂਦੀਆਂ ਨੇ ਉਹਨਾਂ ਨੂੰ ਯੂਜ਼ ਕੀਤਾ ਜਾਂਦਾ। ਹੁਣ ਇਹਦੇ ਅੱਗੇ ਵੀ ਫਰਦਰ ਟਾਈਪਸ ਨੇ ਮੈਨੂਫੈਕਚਰਿੰਗ ਇੰਡਸਟਰੀ ਦੇ ਅੱਗੇ ਫਰਦਰ ਟਾਈਪਸ ਨੇ ਉਹ ਆਪਾਂ ਡਿਸਕਸ ਕਰਦੇ ਹਾਂ। ਫਸਟ ਆਫ ਆਲ ਇਹਦੀ ਹੈਗੀ ਆ ਐਨਾਲਿਟੀਕਲ ਇੰਡਸਟਰੀ। In this kind of industry, the raw material is analyzed and separated into different finished products। ਕਿਵੇਂ ਕੀਤਾ ਜਾਂਦਾ ਉਹ ਧਿਆਨ ਨਾਲ ਸੁਣ ਲਓ। ਇਹਦੇ ਵਿੱਚ raw material ਨੂੰ ਐਨਾਲਾਈਜ਼ ਕਰਕੇ ਉਹਦੇ ਵਿੱਚੋਂ ਅਲੱਗ-ਅਲੱਗ ਪ੍ਰੋਡਕਟਸ ਬਣਾਏ ਜਾਂਦੇ ਆ। ਫੋਰ ਐਗਜ਼ਾਮਪਲ the oil refinery industry while processing crude oil gets kerosene, diesel, gas, ਪੈਟਰੋਲ, ਲੁਬਰੀਕੇਟਿੰਗ ਆਇਲ। ਹੁਣ ਦੇਖੋ ਜਿਹੜਾ ਕਰੂਡ ਆਇਲ ਹੁੰਦਾ ਕੱਚਾ ਤੇਲ, ਕੱਚੇ ਤੇਲ ਨੂੰ ਜਦੋਂ ਸਾਫ਼ ਕੀਤਾ ਜਾਂਦਾ ਤਾਂ ਉਹਦੇ ਵਿੱਚੋਂ ਆ ਪ੍ਰੋਡਕਟਸ ਨਿਕਲਦੇ ਆ। ਮਿੱਟੀ ਦਾ ਤੇਲ ਮਤਲਬ ਕੈਰੋਸੀਨ, ਡੀਜ਼ਲ ਨਿਕਲਦਾ ਵਾ, ਗੈਸ, ਪੈਟਰੋਲ ਐਂਡ ਲੁਬਰੀਕੇਟਿੰਗ ਮਤਲਬ ਜਿੱਦਾਂ ਆਪਾਂ ਮਸ਼ੀਨਾਂ ਨੂੰ ਤੇਲ ਜਾਂ ਦਿੰਦੇ ਹੁੰਦੇ ਆ ਤਾਂ ਲੁਬਰੀਕੇਟਿੰਗ ਆਇਲ ਇਹਦੇ ਵਿੱਚੋਂ ਨਿਕਲਦਾ। ਤਾਂ ਇਹਨੂੰ ਐਨਾਲਿਟੀਕਲ ਇੰਡਸਟਰੀ ਬੋਲਦੇ ਆ। ਠੀਕ ਆ। ਨੈਕਸਟ ਇਹਦੇ ਵਿੱਚ ਬੀ ਪੁਆਇੰਟ ਹੈ ਸਿੰਥੈਟਿਕ ਇੰਡਸਟਰੀ। ਇਨ ਦਿਸ ਇੰਡਸਟਰੀ ਡਿਫਰੈਂਟ ਇੰਗਰੀਡੀਅੰਟਸ ਆਰ ਬ੍ਰੌਟ ਟੂਗੈਦਰ ਇਨ ਮੈਨੂਫੈਕਚਰਿੰਗ ਪ੍ਰੋਸੈਸ ਟੂ ਮੇਕ ਅ ਫਾਈਨਲ ਪ੍ਰੋਡਕਟ। ਫਾਈਨਲ ਪ੍ਰੋਡਕਟ ਬਣਾਉਣ ਦੇ ਲਈ ਕਾਫੀ ਸਾਰੀਆਂ ਚੀਜ਼ਾਂ ਨੂੰ ਇਕੱਠਾ ਕਰਕੇ ਲੈ ਕੇ ਫਿਰ ਉਸ ਤੋਂ ਬਾਅਦ ਉਹਦਾ ਐਂਡ 'ਤੇ ਪ੍ਰੋਡਕਟ ਬਣਦਾ। ਲਾਈਕ ਪੇਂਟ, ਸੋਪ, ਸੀਮੈਂਟ, ਕੋਲ, ਪੇਪਰ, ਪਲਾਸਟਿਕ, yarn ਐਟਸੈਟਰਾ ਆਰ ਦਾ ਐਗਜ਼ਾਮਪਲਸ ਆਫ ਸਿੰਥੈਟਿਕ ਇੰਡਸਟਰੀ। ਠੀਕ ਆ। ਲਾਸਟ ਇਹਦੇ ਵਿੱਚ ਆ ਜਾਂਦਾ ਵਾ ਪ੍ਰੋਸੈਸਿੰਗ ਇੰਡਸਟਰੀ। ਪ੍ਰੋਸੈਸਿੰਗ 'ਚ ਕੀ ਆ ਦ ਇੰਡਸਟਰੀ ਵੇਅਰ ਅ ਪ੍ਰੋਡਕਟ ਪਾਸਿਸ ਥਰੂ ਵੇਰੀਅਸ ਪ੍ਰੋਸੈਸਿਸ ਟੂ ਬਿਕਮ ਅ ਫਾਈਨਲ ਪ੍ਰੋਡਕਟ ਇਜ਼ ਕਾਲਡ ਪ੍ਰੋਸੈਸਿੰਗ ਇੰਡਸਟਰੀ। ਮਤਲਬ ਇੱਕ ਪ੍ਰੋਡਕਟ ਆ ਉਹਦੇ ਵਿੱਚ ਬਹੁਤ ਸਾਰੀਆਂ ਸਟੇਜਸ ਆਉਂਦੀਆਂ ਨੇ, ਬਹੁਤ ਸਾਰੇ ਪ੍ਰੋਸੈਸ ਆਉਂਦੇ ਆ, ਫਿਰ ਉਸ ਤੋਂ ਬਾਅਦ ਉਹਦਾ ਜਾ ਕੇ ਫਾਈਨਲ ਪ੍ਰੋਡਕਟ ਬਣਦਾ। ਹੁਣ ਇਹਦੀ ਆਪਾਂ ਐਗਜ਼ਾਮਪਲ ਦੇਖਾਂਗੇ। The finished product of one process become the raw material of the next। ਹੁਣ ਇੱਕ ਜਗ੍ਹਾ ਜਿਹੜਾ ਫਿਨਿਸ਼ਡ ਪ੍ਰੋਡਕਟ ਆ ਮੰਨ ਲਓ ਇੱਕ ਜਗ੍ਹਾ ਮੰਨ ਲਓ ਜਿਵੇਂ ਆਪਾਂ ਕਾਟਨ ਦੀ ਐਗਜ਼ਾਮਪਲ ਲੈਂਦੇ ਹਾਂ। ਆਪਾਂ ਕਪਾਹ ਲੈ ਲਈ। ਠੀਕ ਆ। ਉਹਦਾ ਪਹਿਲਾਂ ਧਾਗਾ ਬਣੂਗਾ। ਹੁਣ ਧਾਗਾ ਕੀ ਆ ਇੱਕ ਤਰ੍ਹਾਂ ਦਾ ਫਿਨਿਸ਼ਡ ਪ੍ਰੋਡਕਟ ਆ ਬਟ ਹਜੇ ਉਹ ਫਿਨਿਸ਼ਡ ਨਹੀਂ ਹੈਗਾ। ਅਗਲੀ ਸਟੇਜ ਲਈ ਉਹ ਰॉ ਮਟੀਰੀਅਲ ਆ ਕਿਉਂਕਿ ਅੱਗੇ ਉਹਨੂੰ ਬੁਣਿਆ ਜਾਊਗਾ। ਠੀਕ ਆ। ਜਦੋਂ ਬੁਣਨ ਤੋਂ ਬਾਅਦ ਕੱਪੜਾ ਬਣ ਗਿਆ ਵਾਈਟ ਕਲਰ ਦਾ ਤਾਂ ਆਪਣੇ ਅਕੋਰਡਿੰਗ ਦਾ ਕੱਪੜਾ ਫਿਨਿਸ਼ਡ ਪ੍ਰੋਡਕਟ ਆ ਬਟ ਅਗਲੀ ਸਟੇਜ ਲਈ ਉਹ ਕੀ ਆ ਰॉ ਮਟੀਰੀਅਲ ਆ। ਕਿਉਂਕਿ ਉਸ ਨੂੰ ਅੱਗੇ ਪ੍ਰਿੰਟ ਕੀਤਾ ਜਾਊਗਾ, ਉਹਦੇ ਉੱਪਰ ਕਲਰ ਕੀਤਾ ਜਾਊਗਾ। ਠੀਕ ਆ। ਸੋ ਇਹਦੇ ਵਿੱਚ ਇਹੀ ਦੱਸਿਆ ਗਿਆ ਦ ਫਿਨਿਸ਼ਡ ਪ੍ਰੋਡਕਟ ਆਫ ਵਨ ਪ੍ਰੋਸੈਸ ਬਿਕਮ ਦ ਰॉ ਮਟੀਰੀਅਲ ਆਫ ਦ ਨੈਕਸਟ ਰਿਸੀਵਿੰਗ ਪ੍ਰੋਸੈਸ। ਸੋ ਦਿਸ ਪ੍ਰੋਸੈਸ ਕੰਟੀਨਿਊਸ ਟਿਲ ਦ ਪ੍ਰੋਡਕਟ ਰੀਚਡ ਐਟ ਦ
ਫਾਈਨਲ ਸਟੇਜ। ਇਹ ਉਨਾ ਚਿਰ ਤੱਕ ਵਿਧੀ ਹੁੰਦੀ ਰਹਿੰਦੀ ਹੈ, ਪ੍ਰੋਸੈਸ ਹੁੰਦਾ ਰਹਿੰਦਾ ਜਦ ਤੱਕ ਉਹ ਆਪਦੀ ਫਾਈਨਲ ਸਟੇਜ 'ਤੇ ਨਹੀਂ ਪਹੁੰਚ ਜਾਂਦਾ। ਫੋਰ ਐਗਜ਼ਾਮਪਲ ਟੈਕਸਟਾਈਲ ਐਂਡ ਸ਼ੂਗਰ ਇੰਡਸਟਰੀਜ਼। ਟੈਕਸਟਾਈਲ ਮਤਲਬ ਕੱਪੜਾ ਉਦਯੋਗ ਨਾਲ ਸੰਬੰਧਿਤ ਇੰਡਸਟਰੀਜ਼, ਜਾਂ ਸ਼ੂਗਰ ਮਤਲਬ ਜਿਹਨੂੰ ਆਪਾਂ ਖੰਡ ਕਹਿ ਦਿੰਦੇ ਹਾਂ, ਠੀਕ ਆ। ਸੋ ਇਹ ਸਾਰੀਆਂ ਉਹਦੀ ਐਗਜ਼ਾਮਪਲਸ ਨੇ। ਲਾਸਟ ਟੋਪਿਕ ਦੇਖ ਲਓ ਇਹਦਾ, ਇਹ ਹੈਗੀ ਆ ਅਸੈਂਬਲਿੰਗ ਇੰਡਸਟਰੀ। ਹੁਣ ਅਸੈਂਬਲਿੰਗ ਦੇ ਵਿੱਚ ਕੀ ਆ, ਇਨ ਦਿਸ ਟਾਈਪ ਆਫ ਇੰਡਸਟਰੀ ਡਿਫਰੈਂਟ ਪਾਰਟਸ ਆਫ ਔਰ ਕੰਪੋਨੈਂਟਸ ਆਰ ਅਸੈਂਬਲ ਟੂ ਮੇਕ ਅ ਨਿਊ ਪ੍ਰੋਡਕਟ। ਅਲੱਗ-ਅਲੱਗ ਪਾਰਟਸ ਪਹਿਲਾਂ ਤੋਂ ਬਣੇ ਹੁੰਦੇ ਆ, ਉਹਨਾਂ ਨੂੰ ਇਕੱਠਾ ਕਰਨਾ, ਜੋੜਨਾ ਵਾ, ਤਾਂ ਇੱਕ ਨਿਊ ਪ੍ਰੋਡਕਟ, ਇੱਕ ਫਾਈਨਲ ਪ੍ਰੋਡਕਟ ਬਣ ਜਾਂਦਾ। ਜਿਵੇਂ ਕਿ ਆਟੋਮੋਬਾਈਲ, ਬਾਈਸਾਈਕਲ, ਟੈਲੀਵਿਜ਼ਨ ਐਂਡ ਰੈਫਰੀਜਰੇਟਰ ਇੰਡਸਟਰੀਜ਼ ਆਰ ਦਾ ਐਗਜ਼ਾਮਪਲਸ ਆਫ ਇਟ। ਅਤੇ ਇਹ ਸਾਰੀਆਂ ਇਹਦੀਆਂ ਐਗਜ਼ਾਮਪਲਸ ਨੇ, ਕਿਉਂਕਿ ਇਹਦੇ ਵਿੱਚ ਕੀ ਆ, ਪੂਰੀ ਦੀ ਪੂਰੀ ਜਿਵੇਂ ਆਪਾਂ ਕਹਿ ਦਈਏ ਕੋਈ ਵੀ ਮੋਟਰ ਬਾਈਕ ਜਾਂ ਕਹਿ ਦਈਏ ਕੋਈ ਗੱਡੀਆਂ ਵਗੈਰਾ ਇਕੱਠੀ ਨਹੀਂ ਬਣਾਈ ਜਾਂਦੀ, ਉਹਦੇ ਅਲੱਗ ਤੋਂ ਪਹਿਲਾਂ ਪਾਰਟਸ ਬਣਾਏ ਜਾਂਦੇ ਅੱਡ ਅੱਡ, ਫਿਰ ਉਹਨਾਂ ਨੂੰ ਅਸੈਂਬਲ ਕਰਦੇ ਆ, ਦੈਨ ਉਸ ਤੋਂ ਬਾਅਦ ਫਾਈਨਲ ਪ੍ਰੋਡਕਟ ਬਣਦਾ। ਟੀਵੀ ਦੇ ਵਿੱਚ ਜਾਂ ਰੈਫਰੀਜਰੇਟਰ ਦੇ ਵਿੱਚ ਵੀ ਸੇਮ ਇਹੀ ਪ੍ਰੋਸੈਸ ਯੂਜ਼ ਕੀਤਾ ਜਾਂਦਾ। ਠੀਕ ਆ ਬੇਟਾ ਜੀ। ਟਰਸ਼ਰੀ ਔਰ ਸਰਵਿਸ ਇੰਡਸਟਰੀ ਆਪਾਂ ਨੈਕਸਟ ਲੈਕਚਰ ਦੇ ਵਿੱਚ ਪੜ੍ਹਾਂਗੇ। ਠੀਕ ਆ, ਓਕੇ।